हाँ जी स्टूडेंट्स, वेलकम। स्ट्रैंथनिंग वाले पेपर का सी क्वेश्चन, रचना दे व्याख्यात्मक ढंग का अर्थ दसो, इस दियां विशेषतावां ते किस्मां दा वर्णन करो। 10 नंबर का क्वेश्चन तुहाडा करांगे अज। व्याख्यात्मक शैली वाली लिखत एक्सपोजिटरी स्टाइल ऑफ राइटिंग की हुंदी है। ਅਸੀਂ ਜਾਣਦੇ ਹਾਂ, ਤੁਹਾਨੂੰ ਸ਼ੁਰੂ 'ਚ ਇਹ ਆ ਇੰਟਰੋਡਕਸ਼ਨ 'ਚ ਇਸ ਲੈਸਨ ਦੇ ਕਿ ਰਾਈਟਿੰਗ ਸਟਾਈਲਸ ਕਿਹੜੇ ਕਿਹੜੇ ਹੁੰਦੇ ਨੇ। ਰਾਈਟਿੰਗ ਸਟਾਈਲਸ ਦੇ ਵਿੱਚ ਲਿਖਣ ਵਾਲੇ ਢੰਗਾਂ ਦੇ ਵਿੱਚ, ਸ਼ੈਲੀਆਂ ਦੇ ਵਿੱਚ ਸਾਡੇ ਕੋਲ ਵਿਆਖਿਆਤਮਕ ਸ਼ੈਲੀ ਵੀ ਆਉਂਦੀ ਹੈ ਇੱਕ। ਤਾਂ ਇਹਦੇ 'ਤੇ ਹੀ ਤੁਹਾਡਾ ਕੁਐਸਚਨ ਆ ਇਹ। ਵਿਆਖਿਆਤਮਕ ਸ਼ੈਲੀ ਲਿਖਤ ਇੱਕ ਅਜਿਹੀ ਸ਼ੈਲੀ ਹੁੰਦੀ ਹੈ ਜਿਹੜੀ ਘਟਨਾ ਦੀ ਵਿਆਖਿਆ ਕਰਨ, ਦਰਸਾਉਣ, ਸੂਚਿਤ ਕਰਨ ਜਾਂ ਦੱਸਣ ਲਈ ਵਰਤੀ ਜਾਂਦੀ ਹੈ। ਪਾਠ ਪੁਸਤਕ ਕਿਸੇ ਇੱਕ ਵਿਸ਼ੇ ਤੇ ਘਟਨਾਵਾਂ ਦੇ ਸੰਯੋਗ ਦੁਆਰਾ ਲਿਖੀ ਜਾਂਦੀ ਹੈ। ਪਾਠ ਦਾ ਸੰਗਠਨ ਦਰੁਸਤ ਹੋਣਾ ਜ਼ਰੂਰੀ ਹੈ। ਵਿਆਖਿਆਤਮਕ ਸ਼ੈਲੀ ਦਾ ਮਤਲਬ ਜਿਹੜੀ ਵੀ ਘਟਨਾਕ੍ਰਮ ਆ ਉਹਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਜਿੰਨਾ ਵੀ ਹੋ ਸਕੇ, ਜਿੰਨੀ ਵਿਆਖਿਆ ਕੀਤੀ ਜਾ ਸਕੇ ਓਨੀ ਕਰਕੇ ਲਿਖਣਾ। ਅੱਗੇ ਦੀ ਡੈਫੀਨੇਸ਼ਨ ਜਾਂ ਮੀਨਿੰਗ ਇਹ ਕਹਿ ਲਓ ਤੁਸੀਂ ਕਿ ਮੀਨਿੰਗ ਹੀ ਅੱਗੇ ਅਸੀਂ ਐਕਸਪਲੇਨ ਕਰਾਂਗੇ। ਵਿਆਖਿਆਤਮਕ ਲਿਖਤ ਨੂੰ ਇੱਕ ਪ੍ਰਕਿਰਿਆ ਅਧੀਨ ਪੇਸ਼ ਤਰਕਾਂ, ਵਿਆਖਿਆਵਾਂ ਜਾਂ ਪੜਾਵਾਂ ਦੇ ਆਧਾਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਅਧੀਨ ਤਰਕਗਤ, ਯੁਗਤ, ਢੁਕਵੇਂ ਤੇ ਲੜੀਬੱਧ ਵਿਚਾਰਾਂ ਜਾਂ ਪੜਾਵਾਂ ਉੱਪਰ ਆਧਾਰਿਤ ਹੁੰਦੀ ਹੈ। ਇੱਕ ਪ੍ਰਭਾਵਸ਼ਾਲੀ ਲਿਖਤ ਵਿੱਚ ਮੁੱਖ ਵਿਚਾਰ, ਸਹਾਇਕ ਵਿਆਖਿਆ ਤੇ ਇੱਕ ਸਿੱਟਾ ਹੁੰਦਾ ਹੈ। ਮਤਲਬ ਤੁਹਾਡਾ ਮੁੱਖ ਵਿਚਾਰ ਕੀ ਆ, ਜੋ ਵੀ ਤੁਸੀਂ ਲਿਖਣ ਜਾ ਰਹੇ ਹੋ, ਉਹ ਚਾਹੇ ਐਸੇ ਆ, ਚਾਹੇ ਕਹਾਣੀ ਆ, ਚਾਹੇ ਕੁਛ ਵੀ ਆ, ਉਸ ਦਾ ਮੁੱਖ ਵਿਚਾਰ ਕੀ ਆ, ਉਸ ਦੇ ਲਈ ਤੁਸੀਂ ਐਕਸਟਰਾ ਜਿਹੜੀ ਐਕਸਪਲੇਨੇਸ਼ਨ ਕੀ ਕਰੋਗੇ ਤੇ ਉਸ ਦਾ ਇੱਕ ਜਿਹੜਾ ਨਿਚੋੜ ਆ ਉਹ ਤੁਸੀਂ ਕੀ ਕੱਢੋਗੇ। ਇਹ ਚੀਜ਼ਾਂ ਹੁੰਦੀਆਂ ਨੇ ਇਹਦੇ 'ਚ। ਫਿਰ ਹੈਗਾ ਵਿਆਖਿਆਤਮਕ ਲਿਖਤ ਕਿਸੇ ਵਿਸ਼ੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹ ਆਮ ਤੌਰ 'ਤੇ ਤੱਥ ਦੇਣ, ਵਿਚਾਰਾਂ ਦੀ ਵਿਆਖਿਆ ਕਰਨ ਦੇ ਨਾਲ ਸਥਿਤੀਆਂ ਨੂੰ ਵੀ ਪ੍ਰਭਾਸ਼ਿਤ ਕਰਦੀ ਹੈ ਕਿ ਕਿਹੜੀਆਂ ਸਥਿਤੀਆਂ ਦੇ ਵਿੱਚ ਕਿਹੜੇ ਵਿਚਾਰ ਦਿੱਤੇ ਗਏ ਨੇ, ਕਿਹੜੇ ਤੱਥ ਇਕੱਠੇ ਕਰਕੇ ਅਸੀਂ ਪੇਸ਼ ਕਰ ਰਹੇ ਹਾਂ। ਇਹ ਪਾਠਕ ਨੂੰ ਵਿਸ਼ੇ ਦੀ ਡੂੰਘੀ ਦ੍ਰਿਸ਼ਟੀ ਦਿੰਦੀ ਹੈ। ਇਸ ਤਰ੍ਹਾਂ ਦੀ ਸੂਚਨਾਤਮਕ ਲਿਖਤ ਦੁਆਰਾ ਵਿਚਾਰ ਇੱਕ ਨਿਸ਼ਚਿਤ ਕ੍ਰਮ ਵਿੱਚ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ ਕਿ ਪਾਠਕ ਨੂੰ ਵਿਆਖਿਆ ਦੀ ਸੌਖਿਆਂ ਹੀ ਸਮਝ ਲੱਗ ਜਾਵੇ। ਇਸ ਤਰ੍ਹਾਂ ਇੱਕ ਵਿਆਖਿਆਤਮਕ ਲਿਖਤ ਦਾ ਮੁੱਖ ਮੰਤਵ ਕਿਸੇ ਵਿਸ਼ੇ ਜਾਂ ਵਿਚਾਰ ਦੀ ਵਿਆਖਿਆ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਲਿਖਤਾਂ ਦੇ ਵਿੱਚ ਨਿਬੰਧ ਆਉਂਦੇ ਨੇ, ਅਖਬਾਰਾਂ ਤੇ ਰਸਾਲਿਆਂ ਦੇ ਲੇਖ, ਨਿਰਦੇਸ਼ਕ ਲਿਖਤਾਂ, ਪਾਠ ਪੁਸਤਕਾਂ, ਵਿਸ਼ਵਕੋਸ਼ ਦੇ ਲੇਖ ਅਤੇ ਹੋਰ ਲਿਖਤਾਂ ਸ਼ਾਮਲ ਹੁੰਦੀਆਂ ਨੇ ਜਿਨ੍ਹਾਂ ਵਿੱਚ ਵਿਸ਼ੇ ਦੀ ਵਿਆਖਿਆ ਹੁੰਦੀ ਹੈ। ਵਿਆਖਿਆਤਮਕ ਲਿਖਤ ਬਾਕੀ ਲਿਖਤਾਂ ਜਿਵੇਂ ਗਲਪ ਤੇ ਕਾਵਿ ਤੋਂ ਭਿੰਨ ਹੁੰਦੀ ਹੈ। ਅੱਗੇ ਵਿਆਖਿਆਤਮਕ ਲਿਖਤ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ ਅਸੀਂ। ਤਾਂ ਵਿਸ਼ੇਸ਼ਤਾਵਾਂ ਤੋਂ ਤੁਹਾਨੂੰ ਮੀਨਿੰਗ ਆ ਜਿਹੜਾ ਥੋੜਾ ਹੋਰ ਕਲੀਅਰ ਹੋ ਜਾਊਗਾ। ਇਹ ਲਿਖਤਾਂ ਵਿਸ਼ੇ ਦੇ ਵਾਕ ਤੋਂ ਸ਼ੁਰੂ ਹੁੰਦੀਆਂ ਹਨ। ਇਹ ਕੌਣ, ਕੀ, ਕਦੋਂ, ਕਿੱਥੇ ਤੇ ਕਿਵੇਂ ਜਿਹੇ ਸਵਾਲਾਂ ਦਾ ਜਵਾਬ ਦਿੰਦੀ ਹੈ। ਮਤਲਬ ਕਿ ਸਾਰੀ ਕਿਉਰਿਓਸਿਟੀ ਜਿਹੜੀ ਹੁੰਦੀ ਹੈ, ਸਾਡੀ ਜਿਹੜੀ ਉਤੇਜਨਾ ਹੁੰਦੀ ਹੈ, ਸਾਡੀ ਉਤਸੁਕਤਾ ਹੁੰਦੀ ਹੈ, ਉਸ ਨੂੰ ਇਹ ਪੂਰੀ ਤਰ੍ਹਾਂ ਨਾਲ ਹੱਲ ਕਰਦੀਆਂ ਨੇ, ਜਵਾਬ ਦਿੰਦੀਆਂ ਨੇ ਸਾਡੀਆਂ ਸਾਰੀਆਂ ਗੱਲਾਂ ਦਾ। ਇਸ ਵਿੱਚ ਰਾਏ ਦੀ ਜਗ੍ਹਾ ਕੇਵਲ ਤੱਥ ਹੀ ਹੁੰਦੇ ਹਨ। ਲੌਜਿਕ ਬੇਸਡ ਹੁੰਦੀਆਂ ਨੇ ਇਹ ਘਟਨਾਵਾਂ ਦੀ ਲੜੀਬੱਧਤਾ ਦੇ ਰੂਪ ਵਿੱਚ ਵਿਆਖਿਆ ਕਰਦੀ ਹੈ। ਮੀਨਜ਼ ਇਹ ਸੀਕੁਐਂਸ ਵਾਈਜ਼ ਹੁੰਦੀਆਂ ਨੇ। ਇਹ ਨਹੀਂ ਹੈਗਾ ਕਿ ਤੁਸੀਂ ਕੋਈ ਘਟਨਾ ਅੱਗੇ ਕੋਈ ਪਿੱਛੇ ਕਰਕੇ ਉਸ ਨੂੰ ਹੌਚ-ਪੌਚ ਕਰੋ। ਇਹ ਪੂਰੀ ਤਰੀਕੇ ਨਾਲ ਹੁੰਦੀਆਂ ਨੇ ਤਾਂ ਕਿ ਜਿਹੜਾ ਪੜ੍ਹਨ ਵਾਲੇ ਦਾ ਇੰਟਰਸਟ ਆ ਉਹ ਬਣਿਆ ਰਹੇ ਅਤੇ ਉਹ ਅੱਗੇ ਦੀ ਅੱਗੇ ਘਟਨਾਵਾਂ ਕਰਮ ਬਾਰੇ ਜਾਣਨ ਦਾ ਇੱਛੁਕ ਰਹੇ। ਫਿਰ ਹੈਗੀ ਹੈ ਇਸ ਦੀ ਸ਼ੁਰੂਆਤ ਇੱਕ ਮੁੱਖ ਵਾਕ ਤੋਂ ਹੁੰਦੀ ਹੈ ਜੋ ਪਾਠਕ ਦਾ ਧਿਆਨ ਖਿੱਚਿਆ ਜਾ ਸਕੇ। ਇਸ ਤਰ੍ਹਾਂ ਦਾ ਸੈਂਟੈਂਸ ਜਿਹਦੇ ਨਾਲ ਕਿ ਪਾਠਕ ਆ ਜਿਹੜਾ ਅੱਗੇ ਲੇਖ ਪੜ੍ਹਨ ਲਈ ਚਾਹਵਾਨ ਹੋਵੇ। ਇਹ ਆਪਣੇ ਵਿੱਚ ਸ਼ਾਮਲ ਲੋਕਾਂ, ਪਾਤਰਾਂ ਤੇ ਕਥਨਾਂ ਜਾਂ ਉਕਤੀਆਂ ਸ਼ਾਮਲ ਕਰਦੀ ਹੈ। ਲੋਕ, ਪਾਤਰ ਜੋ ਵੀ ਇਹਦੇ ਵਿੱਚ ਕਰੈਕਟਰ ਹੁੰਦੇ ਨੇ ਉਹਨਾਂ ਦੇ ਕਹਿਣ ਵਾਲੇ ਜਿਹੜੇ
ਕਥਨ ਮੀਨਜ਼ ਉਹਨਾਂ ਦੀਆਂ ਗੱਲਾਂ ਜਾਂ ਡਾਇਲੌਗ ਬੋਲਦੇ ਆ ਜਿਨ੍ਹਾਂ ਨੂੰ ਆਪਾਂ ਉਹਨਾਂ ਨੇ ਕੀ ਕਿਹਾ, ਇਹ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਇਹਦੇ ਵਿੱਚ। ਵਿਆਖਿਆਤਮਕ ਲਿਖਤ ਦੇ 3 ਮੁੱਖ ਭਾਗ ਹੁੰਦੇ ਹਨ। ਪਹਿਲਾ ਇੰਟਰੋਡਕਸ਼ਨ, ਪਾਠਕ ਨੂੰ ਵਿਸ਼ੇ ਬਾਰੇ ਦੱਸਦੀ ਹੈ। ਫਿਰ ਬਾਡੀ, ਵਿਸ਼ਾ ਵਸਤੂ ਜਿਹਨੂੰ ਕਹਿੰਦੇ ਹਾਂ ਅਸੀਂ, ਵਿਸ਼ੇ ਬਾਰੇ ਵਰਣਨ ਵਿਆਖਿਆ ਕਰਦੀ ਹੈ। ਵਿਸ਼ੇ ਦੀ ਜਾਣਕਾਰੀ ਤੇ ਵਰਗੀਕਰਨ ਦੇ ਨਾਲ ਨਾਲ ਉਸ ਦਾ ਸਾਰਾਂਸ਼ ਤੇ ਹੋਰਾਂ ਵਿਸ਼ਿਆਂ ਦੀ ਤੁਲਨਾ ਕਰਦੀ ਹੈ। ਫਿਰ ਕਨਕਲੂਜਨ, ਸਿੱਟਾ ਮੁੱਖ ਮੁੱਦੇ ਤੇ ਨੁਕਤਿਆਂ ਬਾਰੇ ਦੱਸ ਕੇ ਮੁੱਖ ਭਾਵ ਬਾਰੇ ਦੱਸਦਾ ਹੈ। ਜੇ ਅਸੀਂ ਤੁਹਾਡੇ ਜਿਵੇਂ ਤੁਸੀਂ ਕੁਐਸਚਨ ਹੱਲ ਕਰਦੇ ਹੋ, ਜਿਵੇਂ ਤੁਹਾਨੂੰ ਸਮਝਾਇਆ ਜਾਂਦਾ, ਜੇ ਅਸੀਂ ਇੱਕ ਮਤਲਬ ਨਾਲ ਸੋਚੀਏ ਤਾਂ ਇੱਕ ਵਿਆਖਿਆਤਮਕ ਲਿਖਤ ਦਾ ਹੀ ਢੰਗ ਆ, ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਮੇਨ ਬਾਡੀ ਲਿਖਦੇ ਹੋ, ਕੁਐਸਚਨ ਦਾ ਆਨਸਰ ਜਿਹੜਾ ਹੁੰਦਾ ਤੁਹਾਡਾ, ਉਸ ਤੋਂ ਬਾਅਦ ਕਨਕਲੂਜਨ ਦਿੰਦੇ ਹੋ। ਤਾਂ ਇੱਕ ਵਿਆਖਿਆਤਮਕ ਲਿਖਤ ਦਾ ਐਗਜ਼ਾਮਪਲ ਮੰਨ ਸਕਦੇ ਹੋ ਤੁਸੀਂ। ਫਿਰ ਹੈ ਟਾਈਪਸ ਆਫ ਐਕਸਪੋਜ਼ਿਟਰੀ ਸਟਾਈਲ ਆਫ ਰਾਈਟਿੰਗ। ਵਿਆਖਿਆਤਮਕ ਲਿਖਤਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਨੰਬਰ 1 ਤੇ ਪ੍ਰਕਿਰਿਆ ਮੂਲਕ ਲਿਖਤ, ਪ੍ਰੋਸੈਸ ਰਾਈਟਿੰਗ। ਇਸ ਤਰ੍ਹਾਂ ਦੀ ਲਿਖਤ ਵਿੱਚ ਘਟਨਾ ਵਿਸ਼ੇ ਨੂੰ ਲੇਖਕ ਪ੍ਰਕਿਰਿਆਵਾਂ ਵਿੱਚ ਪੜਾਵਾਂ ਵਿੱਚ ਪੇਸ਼ ਕਰਦਾ ਹੈ। ਪ੍ਰਕਿਰਿਆ ਮੂਲਕ ਲਿਖਤ ਕਾਲ ਲੜੀਆਂ ਵਿੱਚ ਹੁੰਦੀ ਹੈ, ਜੋ ਕਿ ਸਮੇਂ ਦਾ ਹੀ ਕ੍ਰਮ ਹੁੰਦੀ ਹੈ। ਕਿਹੜੇ ਸੰਨ 'ਚ ਕਿਹੜੀ ਚੀਜ਼ ਹੋਈ, ਅੱਗੇ ਕਿਹੜੇ ਸੰਨ 'ਚ ਕਿਹੜੀ ਹੋਈ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਪ੍ਰਕਿਰਿਆ ਦੇ ਪ੍ਰੋਸੈਸ ਦੇ ਤੌਰ 'ਤੇ ਚੱਲਦੀ ਹੈ ਇਹ। ਫਿਰ ਹੈ ਤੁਲਨਾਤਮਕ ਜਾਂ ਭਿੰਨਾਤਮਕ ਲਿਖਤ। ਵਿਆਖਿਆਤਮਕ ਲਿਖਤਾਂ ਦੀ ਦੂਜੀ ਕਿਸਮ ਆ ਤੁਲਨਾਤਮਕ, ਕੰਟਰਾਸਟ ਜਾਂ ਕੰਪੈਰੀਜ਼ਨ ਕਰਨਾ। ਇਸ ਕਿਸਮ ਦੇ ਅੰਤਰਗਤ ਲੇਖਕ ਲਿਖਤਾਂ ਦੀ ਤੁਲਨਾ ਜਾਂ ਦੋਵਾਂ ਨੂੰ ਵੱਖਰਿਆਉਣ ਦਾ ਯਤਨ ਕਰਦੇ ਹਨ। ਉਹ ਇਹਨਾਂ ਲਿਖਤਾਂ ਵਿਚਲੀਆਂ ਸਮਾਨਤਾਵਾਂ, ਵੱਖਰਤਾਵਾਂ ਜਾਂ ਦੋਵਾਂ ਪੱਖਾਂ ਦੀ ਤੁਲਨਾ ਤੇ ਭਿੰਨਤਾ ਦਰਸਾ ਸਕਦੇ ਹਨ। ਜਿਵੇਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਵੀ ਚੀਜ਼ ਦਾ, ਤਾਂ ਉਹ ਇਸ ਤਰ੍ਹਾਂ ਦੀ ਰਾਈਟਿੰਗ ਹੁੰਦੀ ਹੈ। ਫਿਰ ਹੈ ਕਾਰਨ ਮੂਲਕ, ਪਰਿਣਾਮ ਮੂਲਕ ਲਿਖਤ, ਕਾਜ਼ ਇਫੈਕਟ ਰਾਈਟਿੰਗ। ਇਸ ਤਰ੍ਹਾਂ ਦੀਆਂ ਲਿਖਤਾਂ ਨੇ ਜਿਹੜੀਆਂ ਉਹਦੇ ਵਿੱਚ ਲੇਖਕ ਉਸ ਪੱਖ ਵੱਲ ਕੇਂਦਰਿਤ ਹੁੰਦਾ ਹੈ ਕਿ ਵਿਸ਼ੇ ਜਾਂ ਘਟਨਾ ਦੇ ਵਾਪਰਨ ਪਿੱਛੇ ਕਿਹੜਾ ਕਾਰਨ ਹੈ, ਜਾਂ ਫਿਰ ਉਸ ਦੇ ਵਾਪਰਨ ਉਪਰੰਤ ਕੀ ਸਿੱਟੇ ਨਿਕਲਦੇ ਹਨ। ਮਿਸਾਲ ਵਜੋਂ ਇਹ ਵੇਖਿਆ ਜਾ ਸਕਦਾ ਹੈ ਕਿ ਬੇਰੁਜ਼ਗਾਰੀ ਦਾ ਕੀ ਕਾਰਨ ਹੈ ਅਤੇ ਇਸ ਦੇ ਸਿੱਟੇ ਕਿਹੜੇ ਹਨ। ਕਾਰਨ ਦੇ ਪ੍ਰਭਾਵ ਪ੍ਰਮਾਣ ਵਾਲੇ ਨਿਬੰਧ ਭਵਿੱਖ ਬਾਰੇ ਧਾਰਨਾਵਾਂ ਦੇਣ ਵਾਲੇ ਹੋ ਸਕਦੇ ਹਨ। ਗਲੋਬਲ ਵਾਰਮਿੰਗ ਦਾ ਵਾਧਾ ਹੈ ਜਿਹੜਾ, ਉਹ ਵੀ ਇੱਕ ਇਸ ਤਰ੍ਹਾਂ ਦਾ ਹੀ ਲੇਖ ਹੋ ਸਕਦਾ ਹੈ। ਫਿਰ ਵਰਗੀਕ੍ਰਿਤ ਲਿਖਤ, ਕਲਾਸੀਫਿਕੇਸ਼ਨ ਰਾਈਟਿੰਗ। ਅਜਿਹੀਆਂ ਲਿਖਤਾਂ ਦੀ ਤੌਰ 'ਤੇ ਕਿੱਤਾਈ ਜਾਂ ਅਕਾਦਮਿਕ ਖੇਤਰ ਵਾਲੀਆਂ ਹੁੰਦੀਆਂ ਹਨ। ਲੇਖਣ ਦੀ ਸਮਾਨਤਾ ਤੇ ਵਿਭਿੰਨਤਾ ਦੇ ਆਧਾਰ 'ਤੇ ਵਰਗੀਕਰਨ ਕਰਦਾ ਹੈ। ਵਰਗੀਕਰਨ ਵਿੱਚ ਮੱਦਾਂ ਦੀ ਸੂਚੀ ਤੋਂ ਇਲਾਵਾ ਹੋਰ ਬਹੁਤ ਕੁਝ ਹੁੰਦਾ ਹੈ। ਫਿਰ ਅੱਗੇ ਹੈਗਾ ਪਰਿਭਾਸ਼ਾ ਮੂਲਕ ਲਿਖਤ, ਡੈਫੀਨੇਸ਼ਨ ਰਾਈਟਿੰਗ। ਇਸ ਵਿੱਚ ਲੇਖਕ ਆਮ ਤੌਰ 'ਤੇ ਵਰਤੋਂ ਵਾਲੇ ਪਦਾਂ ਜਾਂ ਜਟਿਲ ਕਿਸਮ ਦੀਆਂ ਧਾਰਨਾਵਾਂ ਪਰਿਭਾਸ਼ਿਤ ਕਰਦਾ ਹੈ। ਇਹ ਕੋਈ ਜਟਿਲ ਪਦ ਹੋ ਸਕਦਾ ਹੈ। ਇਸ ਤੋਂ ਬਾਅਦ ਹੈਗੀ ਸਮੱਸਿਆ ਜਾਂ ਸਮਾਧਾਨ ਮੂਲਕ ਲਿਖਤ, ਪ੍ਰੋਬਲਮ ਔਰ ਸੋਲਿਊਸ਼ਨ ਰਾਈਟਿੰਗ। ਅਜਿਹੀ ਲਿਖਤ ਵਿੱਚ ਲੇਖਕ ਪਾਠਕਾਂ ਨੂੰ ਕਿਸੇ ਵਿਸ਼ੇ ਜਾਂ ਘਟਨਾ ਬਾਰੇ ਉਸ ਸਮੱਸਿਆ ਦੀ ਪੂਰੀ ਚਰਚਾ ਦੇ ਆਧਾਰ 'ਤੇ ਉੱਪਰ ਸਮੱਸਿਆ ਦਾ ਹੱਲ ਦੇਣ ਦਾ ਵੀ ਯਤਨ ਕਰਦਾ ਹੈ। ਇਸ ਰਾਹੀਂ ਕਿਸੇ ਵਿਸ਼ੇ ਨੂੰ ਚੁਣਨ ਤੋਂ ਪਹਿਲਾਂ ਉਸ ਨੂੰ ਵਿਭਿੰਨ ਕੋਣਾਂ ਤੋਂ ਜਾਂਚਿਆ ਜਾ ਸਕਦਾ ਹੈ। ਵਿਆਖਿਆਤਮਕ ਲਿਖਤ ਵਿਧੀ ਸਾਰੇ ਤਰ੍ਹਾਂ ਦੀਆਂ ਲਿਖਤਾਂ ਵਿੱਚ ਹੀ ਆਮ ਤੌਰ 'ਤੇ ਵਰਤੀ ਜਾਂਦੀ ਹੈ। ਇਹਦੇ ਪ੍ਰਮੁੱਖ ਭਾਗ ਕਿਹੜੇ ਨੇ? ਨੰਬਰ 1 ਤੇ ਹੈਗਾ ਇਸ ਵਿੱਚ ਯਥਾਰਥਕ ਤੱਥ ਹੁੰਦੇ ਹਨ। ਨੰਬਰ 2 ਤੇ ਹੈਗਾ ਇਸ ਤੋਂ ਵਿਦਿਆਰਥੀ ਕੁਝ ਨਵਾਂ ਸਿੱਖਦੇ ਹਨ। ਫਿਰ ਇਸ ਦੀ ਵਰਤੋਂ ਪੜ੍ਹ ਕੇ ਆਨੰਦ ਲੈਣ ਜਾਂ ਖੋਜ ਲਈ ਕੀਤੀ ਜਾ ਸਕਦੀ ਹੈ। ਇਸ ਦੇ ਸਿਰਲੇਖ ਤਤਕਰਾ ਸੂਚੀਆਂ ਤੇ ਸੁਰਖੀਆਂ ਹੁੰਦੀਆਂ ਹਨ। ਇਸ ਵਿੱਚ ਚਿੱਤਰ, ਫੋਟੋ, ਸਿਰਲੇਖ, ਮੋਟੇ ਅੱਖਰ ਆਦਿ ਹੁੰਦੇ ਹਨ। ਲੇਖਕ ਪਾਠਕਾਂ ਲਈ ਵਕਤਾ ਹੁੰਦਾ ਹੈ। ਇਹ ਵੀ ਭਿੰਨ ਤਰ੍ਹਾਂ ਦੇ ਵਿਸ਼ਿਆਂ ਵਾਲੇ ਹੋ ਸਕਦੇ ਹਨ। ਇਹ ਪਾਠ ਕੋਈ ਕਥਾ, ਗਲਪ, ਬਨੌਟੀ ਤੇ ਕਲਪਨਾ ਨਹੀਂ ਹੁੰਦੇ, ਇਹ ਗੈਰ ਗਲਪੀ ਹੁੰਦੇ ਹਨ। ਇਹਨਾਂ ਵਿੱਚ ਤੱਥ ਹੁੰਦੇ ਹਨ। ਤਾਂ ਇਸ ਤਰ੍ਹਾਂ ਨਾਲ ਅਸੀਂ ਇੱਕ ਕੁਐਸਚਨ ਕੰਪਲੀਟ ਕਰਦੇ ਹਾਂ। ਇਹ 10 ਨੰਬਰ ਦਾ ਤੁਹਾਡੇ ਫਸਟ ਲੈਸਨ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਸ ਲੈਸਨ 'ਚ ਜਿਹੜੀ ਸੀਗੀ ਪ੍ਰੋਬਲਮ ਸੀ, ਤਾਂ ਈਜ਼ੀਲੀ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿ ਤੁਹਾਨੂੰ ਸਮਝ ਆ ਸਕੇ ਪੰਜਾਬੀ ਵਿੱਚ। ਤਾਂ ਇਹ ਪੂਰੇ ਦਾ ਪੂਰਾ ਕੁਐਸਚਨ ਤੁਸੀਂ ਐਵੇਂ ਹੀ ਪੇਪਰ ਵਾਸਤੇ ਤਿਆਰ ਕਰ ਸਕਦੇ ਹੋ।
ਹੁਣ ਲਈ ਇੰਨਾ ਹੀ ਕਾਫੀ। ਅੱਗੇ ਫਿਰ ਨੈਕਸਟ ਜਿਹੜਾ ਕੁਐਸਚਨ ਆ ਸਾਡਾ ਉਹ ਸੋਲਵ ਕਰਾਂਗੇ ਇਸੇ ਲੈਸਨ ਦਾ। ਓਕੇ, ਥੈਂਕਸ।